ਮਲਵਿੰਦਰ ਕੰਗ जुड़े हुए ने। ਮਲਵਿੰਦਰ ਕੰਗ जी, सियासत हो रही है, सीधा अकाली दल ये कह रहा है, मीडिया ਦੇ ਵਿੱਚ ਸਰਕੂਲੇਟ ਹੋ ਗਿਆ ਸਮਨ, लेकिन अकाली दल ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਜੇ ਤੱਕ ਸਮਨ ਰਿਸੀਵ ਨਹੀਂ ਹੋਇਆ, ਉਹਨਾਂ ਕੋਲ ਨਹੀਂ ਭੇਜਿਆ ਗਿਆ। ਮੈਨੂੰ ਲੱਗਦਾ ਹੈ ਇਹਦੇ 'ਚ ਕੋਈ ਸਿਆਸਤ ਨਹੀਂ ਹੈ। ਇਹ ਤੇ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਇਨਕੁਆਇਰੀ ਹੈ ऑनरेबल हाई कोर्ट ਦੀਆਂ ਡਾਇਰੈਕਸ਼ਨਾਂ ਤੇ SIT ਕਰ ਰਹੀ है, वो गोइंग ऑन है और एक प्रोसीजरल मतलब एक प्रक्रिया है, पूरी एक प्रोसीजर है इनक्वायरी का। और ये तो उन्होंने देखना है SIT ने किन्नू किस दिन बुलाना है, नहीं बुलाना। और या जेडे सुखबीर सिंह बादल साहब है वो अपने आप उन्होंने रिप्लाई देंगे जो भी होगा। ये तो उन्होंने मैनू लगता है भी एक प्रक्रिया का मामला है, ये कोई पोलिटिकल बयानबाजी बनती भी नहीं। अर्शदीप जी की अज जिवें तुसीं जिक्र कीता कि जीरा जा रहे ने सुखबीर सिंह बादल, तां जे समन रिसीव भी हुंदा तां अज तां पेश नहीं होणगे। नहीं अर्शदीप, मैं पहले जिद्दां बेनती की है कि सानू कोई इस तरीके का समन रिसीव होया ही नहीं। ते अज जीरा कोर्ट दे विच उन्हां दी हेयरिंग सी और वो पहला तो उत्थे जाना ही सी उन्होंने जीरा कोर्ट। सो कोर्ट ऑफ लॉ के अगे तां अज भी सरदार सुखबीर सिंह बादल गए ने, पेश हो रहे ने, क्योंकि जुडिशरी होवे या कोई भी ऐसा कानूनी व्यवस्था होवे, श्रोमणी अकाली दल हमेशा ही उन्होंने हाई रिस्पैक्ट दे विच लैंदा। पर मैं कंग साहब ने एक गल जरूर पूछनी चाहांगा कि अज इन्होंने एक हाई कोर्ट के ऑर्डर का जिक्र किया जिहदे तहत SIT का गठन होया, तो वह 88 नंबर पेज कंग साहब वकील ने खुद पढ़ लैणगे कि उहदे च स्पैशली लिखिया गया सी कि SIT की जिहड़ी इन्वेस्टिगेशन होगी ਉਹਦੀ ਮੀਡੀਆ ਬਰੀਫਿੰਗ ਜਾਂ ਉਹਦਾ ਜਿਹੜਾ ਜਿਵੇਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਕਰਦੇ ਸੀ ਉਸ ਤਰੀਕੇ ਦੇ ਨਾਲ ਉਹਨੂੰ ਮੀਡੀਆ ਦੇ ਸਰਕੂਲੇਸ਼ਨ 'ਚ ਨਾ ਲਿਆਂਦਾ ਜਾਵੇ। ਤਾਂ ਮੈਂ ਕੰਗ ਸਾਹਿਬ ਨੂੰ ਪੁੱਛਾਂਗਾ ਕਿ ਫਿਰ ਇਹ ਸਮਨ ਕਿਹਨੇ ਦਿੱਤਾ। ਦੇਖੋ, ਇਹ ਆਮ ਆਦਮੀ ਪਾਰਟੀ ਦੀ ਇੱਕ ਫਿਤਰਤ ਬਣ ਗਈ ਹੈ, ਜਿੱਦਾਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਵਿਡਰਾਅ ਕੀਤੀ, ਉਹਨੂੰ ਮੀਡੀਆ ਦੇ ਵਿੱਚ ਪਹਿਲਾਂ ਛਾਪਦੇ ਨੇ। ਇਸੇ ਤਰੀਕੇ ਅਗਰ ਸਮਨ ਕੀਤਾ ਸੀ ਤਾਂ ਸਮਨ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਰਨਾ ਸੀ ਤਾਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹ ਸਮਨ ਭੇਜਣਾ ਚਾਹੀਦਾ ਸੀ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪਰਸਨਲੀ ਉਹ ਸਮਨ ਕਦੇ ਵੀ ਨਹੀਂ ਰਿਸੀਵ ਕਰਾਇਆ ਗਿਆ ਤੇ ਮੀਡੀਆ ਦੇ ਵਿੱਚ ਸਾਰੇ ਕਿਤੇ ਉਹਨੂੰ ਸਰਕੂਲੇਟ ਕੀਤਾ ਗਿਆ। ਇੱਥੋਂ ਤਾਂ ਸਪਸ਼ਟ ਹੁੰਦਾ ਕਿ ਰਾਜਨੀਤੀ ਕਰ ਰਹੇ ਨੇ। जी, मलविंदर कंग जी सीधा यही कह रहे हैं कि सबनू मिल गया, लेकिन जिसनू बुलाया गया उसनू समन नहीं मिलिया। देखो, समन जिहड़ा है कोई सीक्रेट डॉक्यूमेंट नहीं हुंदा। समन बहुत सारे लोगों नूं हुंदे आ जिहड़े भी कंसर्न किसी भी केस नाल रिलेटेड लोग है, और यही एक तरीका उन्होंने बुलाउण दा। हाँ, उन्हों का अगों की एक्सक्यूज है नहीं है, वो मैनूं लगता है भी वो अज पता लग जूगा शाम तक जो आना है नहीं आना है, या और ते SIT की भी क्लैरिफिकेशन आ जूगी। पर हजे तक जिहड़ी गल है वो तो ये है भी SIT की जिहड़ी इनकुआरी चल रही है उहदे च सुखबीर सिंह बादल क्योंकि उस टाइम होम मिनिस्टर सीगे स्टेट दे और उन्हां दी एक रिस्पोंसिबिलिटी सी, इस करके उन्हां को पुछगिछ पहलां भी होई है, अगे भी जरूरत पऊगी। तो चलो एक मैनूं लगदा नहीं उन्हां ते ना अकाली दल नूं परेशानी होनी चाहिए है ते ना किसी तरह का इतराज होना चाहिए किसी नूं। ਮਲਵਿੰਦਰ ਕੰਗ ਜੀ, ਇੱਕ ਜਿਹੜੀ ਗੱਲ ਅਰਸ਼ਦੀਪ ਕਲੇਰ ਜੀ ਕਹਿ ਰਹੇ ਨੇ ਉਹ ਇਹ ਕਿ ਪਿਛਲੀ ਵਾਰ ਜਦੋਂ ਜਾਂਚ ਹੋਈ ਸੀ ਤਾਂ ਉਸ ਦੇ ਵਿੱਚ ਵੀ ਸਿਆਸਤ ਦੇ ਇਲਜ਼ਾਮ ਲੱਗੇ ਸੀ ਕਿ ਸਿਆਸਤ ਤੋਂ ਪ੍ਰੇਰਿਤ ਸੀ ਬਹੁਤ ਕੁਝ, ਜਾਂ ਜਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਜਾਂ ਫਿਰ ਮੀਡੀਆ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਈਆਂ, ਤਾਂ ਹੁਣ ਵੀ ਕਿਤੇ ਨਾ ਕਿਤੇ ਉਹੀ ਹੋ ਰਿਹਾ ਹੈ। ਇਹ ਅਰਸ਼ਦੀਪ ਕਲੇਰ ਕਹਿ ਰਹੇ ਨੇ। ਅਰਸ਼ਦੀਪ ਇਸ ਤਰ੍ਹਾਂ ਹੈ, ਦੇਖੋ ਇਹ 'ਚ ਕੋਈ ਦੋ ਰਾਏ ਨਹੀਂ ਹੈ। 2015 'ਚ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਅਕਾਲੀ ਦਲ ਸਰਕਾਰ ਦੇ ਟਾਈਮ, ਉਸ ਤੋਂ ਬਾਅਦ ਰਾਜਨੀਤੀ ਹੋਈ ਆ। ਮੈਂ ਇਹ 'ਚ ਕੋਈ ਬਿਲਕੁਲ ਸਪਸ਼ਟ ਗੱਲ, ਕਿਉਂਕਿ ਜਿਹੜਾ ਮੇਨ ਅਕਿਊਜ਼ ਸੀ ਜਾਂ ਪ੍ਰਾਈਮ ਅਕਿਊਜ਼ ਸੀਗੇ ਜਿਹੜੇ ਲੋਕ, ਉਹਨਾਂ ਨੂੰ ਜਿਸ ਤਰੀਕੇ ਨਾਲ ਮਾਫੀਨਾਮੇ ਵਾਲੀ ਹੋਇਆ ਔਰ ਸਾਰਾ ਉਹ ਐਪੀਸੋਡ ਹੋਇਆ, ਫਿਰ ਪ੍ਰੋਟੈਸਟ ਹੋਏ ਸਿੱਖ ਸੰਗਤ ਵੱਲੋਂ ਔਰ ਉਹਨਾਂ ਤੇ ਉਹ ਗੋਲੀ ਚੱਲੀ। ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ, ਕਾਂਗਰਸ ਸਰਕਾਰ ਨੇ ਵੀ ਸਿਰਫ ਲਾਈਵ ਸੈਸ਼ਨ ਹੀ ਚਲਾਇਆ, ਕੰਕਰੀਟ ਫੈਸਲਾ ਕੋਈ ਲਿਆ ਨਹੀਂ। ਸੋ ਡੈਫੀਨੇਟਲੀ ਮਾਨ ਸਾਹਿਬ ਸਰਕਾਰ ਇਹ ਇਸ਼ੂ ਤੇ ਬਿਲਕੁਲ ਰਾਜਨੀਤੀ ਨਾ ਅਸੀਂ ਪਹਿਲਾਂ ਕੀਤੀ, ਨਾ ਹੁਣ ਕਰਾਂਗੇ, ਨਾ ਅੱਗੇ ਕਰਾਂਗੇ, ਕਿਉਂਕਿ ਇਹ ਲੋਕਾਂ ਨੂੰ ਇਨਸਾਫ ਦੇਣ ਦੀ ਜਿਹੜੀ ਕਮਿਟਮੈਂਟ ਹੈ ਉਹ ਇੱਕ ਵਿਦਆਊਟ ਪੋਲੀਟੀਕਲ ਇੰਟਰਫੇਰੈਂਸ, ਕਿਸੇ ਤਰ੍ਹਾਂ ਦਾ ਪ੍ਰਭਾਵ ਤੋਂ ਰਹਿਤ ਜਿਹੜੀ ਆ ਇੱਕ ਜੋ ਇੱਕ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਔਰ ਇਹਦੀ ਕੰਕਰੀਟ ਫੈਸਲਾ ਮੈਨੂੰ ਲੱਗਦਾ ਹੈ ਜਲਦੀ ਹੋ ਜਾਊਗਾ और दुध का दुध ते पानी पानी हो जाऊगा। हाँ, पिछले साल जरूर इस राजनीति हुई है, लेकिन साडा कोई मंतव नहीं है। बड़ा इमोशनल धार्मिक इशू है, सेंसिटिव इशू है, और जिन्हें भी इस ते राजनीति करने की कोशिश की उन्होंने फिर परमात्मा ने नहीं बख्शिया। सो इस करके मान साहब का तो सिर्फ इन्ना क मकसद है कि जो पंजाब के लोगों नाल उन्होंने कमिटमेंट है, जो उन्होंने वादा किया है, रूल ऑफ लॉ के हिसाब नाल वादे की पूर्ति असीं करनी है और न्याय जस्टिस देना है।
ਅਰਸ਼ਦੀਪ ਕਲੇਰ ਜੀ, ਇੱਕ ਆਖਰੀ ਰਿਐਕਸ਼ਨ, ਉਹ ਕਹਿ ਰਹੇ ਨੇ ਕੋਈ ਸਿਆਸਤ ਨਹੀਂ ਹੋ ਰਹੀ ਐਸਆਈਟੀ ਦੇ ਵੱਲੋਂ, ਅਗਰ ਜੇ ਸਮਨ ਅਜੇ ਤੱਕ ਰਿਸੀਵ ਨਹੀਂ ਹੋਇਆ ਤਾਂ ਉਸ ਤੇ ਜ਼ਰੂਰ ਕੋਈ ਨਾ ਕੋਈ ਕਲੈਰੀਫਿਕੇਸ਼ਨ ਆ ਜਾਏਗੀ। ਅਰਸ਼ਦੀਪ, ਮੈਂ ਕੰਗ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਕਹਿੰਦੇ ਕੋਈ ਸਿਆਸਤ ਨਹੀਂ ਹੋ ਰਹੀ, ਤਾਂ 3 ਦਿਨ ਪਹਿਲਾਂ ਇਹ ਆਪਣੇ ਮੰਤਰੀ ਜਿਹੜਾ ਕੁਲਦੀਪ ਹੈਗੇ ਪੰਚਾਇਤ ਮਿਨਿਸਟਰ, ਇਹ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਲੈਣ। ਦੇਖੋ ਕਿਸ ਤਰੀਕੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦਾ ਉਹ ਜ਼ਿਕਰ ਕਰਦੇ ਨੇ। ਉਹ ਰਿਪੋਰਟ ਜਿਹੜੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੁਆਸ਼ ਕਰ ਦਿੱਤੀ ਗਈ ਹੈ ਤੇ ਸੁਪਰੀਮ ਕੋਰਟ ਨੇ ਵੀ ਸਟੇ ਕਰਨ ਤੋਂ ਮਨਾ ਕਰ ਦਿੱਤਾ। ਅਗਰ ਸਟੇਟ ਦਾ ਕੈਬਨਿਟ ਮਿਨਿਸਟਰ ਇਸ ਤਰੀਕੇ ਦੇ ਨਾਲ ਪੋਲੀਟੀਕਲ ਕਾਨਫਰੰਸਾਂ ਕਰਕੇ ਇੱਕ ਹਾਈ ਕੋਰਟ ਦੇ ਆਰਡਰ ਨੂੰ ਚੈਲੰਜ ਕਰਦੇ ਨੇ ਤਾਂ ਇਹ ਤੋਂ ਗੰਦੀ ਸਿਆਸਤ ਕੋਈ ਨਹੀਂ ਹੋ ਸਕਦੀ। ਸੋ ਮੇਰੀ ਕੰਗ ਸਾਹਿਬ ਨੂੰ ਬੇਨਤੀ ਆ ਕਿ ਜਿਹੜਾ ਜਾਂਚ ਹੈ, ਜਾਂਚ ਵਾਂਗੂ ਕਰਨਾ ਚਾਹੀਦਾ। ਜਾਂਚ ਦੇ ਉੱਤੇ ਸਿਆਸਤ, ਮੈਂ ਫਿਰ ਦੁਬਾਰਾ ਕਹਿਣਾ ਕਿ ਸੰਮਨ ਤੁਸੀਂ ਮੀਡੀਆ ਸਰਕੂਲੇਟ ਕਰਦੇ ਹੋ ਪਹਿਲਾਂ, ਔਰ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਰਿਸੀਵ ਨਹੀਂ ਹੁੰਦਾ, ਤਾਂ ਇੱਥੋਂ ਬੜਾ ਸਪਸ਼ਟ ਹੈ ਕਿ ਇਹ ਬੜੀ ਸਿਆਸਤ ਦੇ ਤੌਰ ਤੇ ਜਾਂ ਬਹੁਤ ਗੰਦੇ ਲੈਵਲ ਦੀ ਸਿਆਸਤ ਆਮ ਆਦਮੀ ਪਾਰਟੀ ਇਸ ਸਾਰੀਆਂ ਚੀਜ਼ਾਂ ਦੇ ਉੱਤੇ ਕਰ ਰਹੀ ਹੈ। ਇੱਕ ਆਖਰੀ ਰਿਐਕਸ਼ਨ ਮਾਲਵਿੰਦਰ ਕੰਗ। ਦੇਖੋ ਸਿਆਸਤ ਅਰਸ਼ਦੀਪ ਇਹ ਹੁੰਦੀ ਹੈ, ਕਲੇਰ ਸਾਹਿਬ ਨੂੰ ਮੈਂ ਦੱਸਦਾ ਵੀ ਜਦੋਂ ਤੁਸੀਂ ਦੋਸ਼ੀਆਂ ਨੂੰ ਬਚਾਉਣ ਦੀ ਸਾਜ਼ਿਸ਼ ਰਚਦੇ ਹੋ, ਜਦੋਂ ਤੁਸੀਂ ਨਿਹੱਥੇ ਲੋਕਾਂ ਤੇ ਗੋਲੀਆਂ ਚਲਵਾਉਂਦੇ ਹੋ, ਤੁਸੀਂ ਵਾਰ-ਵਾਰ ਜਿਹੜੇ ਸਾਰੇ ਦੁਨੀਆ ਨੂੰ ਪਤਾ ਹੈ ਵੀ ਕਿਹਨਾਂ ਨੇ ਬੇਅਦਬੀ ਕਰਾਈ, ਉਹਨਾਂ ਨੂੰ ਬਚਾਉਣ ਦੀ ਸਾਜ਼ਿਸ਼। ਮੇਰਾ ਜਵਾਬ ਲੈ ਲਓ ਜੀ। ਤੁਸੀਂ ਉਸ ਟਾਈਮ ਤੁਹਾਡੇ ਕੋਲ ਮਿਨਿਸਟਰੀ ਆ, ਤੁਹਾਡੇ ਕੋਲ ਪੂਰੀ ਇੱਕ ਦੇਸ਼ ਸੂਬੇ ਦੀ ਬਾਗਡੋਰ ਹੈ, ਇਹ ਰਾਜਨੀਤੀ ਆ। ਅਸੀਂ ਤੇ ਇਹ ਗੱਲ ਕਹਿ ਰਹੇ ਹਾਂ ਵੀ ਜੋ ਇਹ ਦੋਨਾਂ ਸਰਕਾਰਾਂ ਨੇ ਨਹੀਂ ਕੀਤਾ, ਵਾਅਦਾ ਕਰਕੇ ਮੁੱਕਰੀਆਂ, ਔਰ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਸਿੰਪਥੀ ਸੀ ਉਹ ਦੋਸ਼ੀ ਲੋਕਾਂ ਨਾਲ ਰਹੀ ਆ, ਤੇ ਸੁਭਾਵਿਕ ਤੌਰ ਤੇ ਅਸੀਂ ਉਸ ਨਾ ਤੇ ਉਸ ਗੰਦੀ ਰਾਜਨੀਤੀ 'ਚ ਪੈਣਾ ਹੈ ਤੇ ਨਾ ਕਿਸੇ ਨੂੰ ਫੇਵਰ ਕਰਨਾ ਹੈ ਤੇ ਨਾ ਅਨਨੈਸੈਸਰੀ ਕਿਸੇ ਨੂੰ ਇਹ 'ਚ ਠੋਕਣਾ ਹੈ। ਇਹ ਵੀ ਗੱਲ ਬੜੀ ਸਪਸ਼ਟ ਹੈ। ਜੋ ਜਿਹੜਾ ਦੋਸ਼ੀ ਹੋਊਗਾ ਕਾਨੂੰਨ ਦੇ ਹਿਸਾਬ ਨਾਲ ਤੇ ਕਾਰਵਾਈ ਹੋਊਗੀ। ਨਾ ਅਸੀਂ ਵੋਟ ਬੈਂਕ ਦੀ ਪੋਲਿਟਿਕਸ ਅਕਾਲੀ ਦਲ ਵਾਂਗੂ ਕਰਨੀ ਆ, ਇਹਨਾਂ ਨੇ ਡੇਰੇ ਵਾਲੇ ਨੂੰ ਮਾਫੀ ਦਿੱਤੀ, ਨਾ ਕਾਂਗਰਸ ਵੱਲੋਂ ਵੋਟਾਂ ਬੈਂਕ ਦੀ ਰਾਜਨੀਤੀ ਕਰਨੀ ਆ ਕਿ ਲਾਈਵ ਸੈਸ਼ਨ ਕਰਾ ਕੇ ਲੋਕਾਂ ਨਾਲ ਇਮੋਸ਼ਨਸ ਨਾਲ ਖੇਡਿਆ ਗਿਆ, ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਗਿਆ। ਔਰ ਜਸਟਿਸ ਦੇਣ ਦੀ ਗੱਲ ਜਿੱਥੇ ਸੀ, ਉਦੋਂ ਲਾਅ ਅਫਸਰ ਜਿਹੜਾ ਸੀਗਾ ਇਹਨਾਂ ਦਾ ਕਾਂਗਰਸ ਦੇ ਟਾਈਮ, ਉਹ ਕੋਰਟ 'ਚ ਪੇਸ਼ ਵੀ ਨਹੀਂ ਹੁੰਦਾ ਸੀ। ਪੂਰਾ ਪ੍ਰੋਸੀਕਿਊਸ਼ਨ ਵੀ ਪ੍ਰਭਾਵਿਤ ਰਿਹਾ, ਐਵੀਡੈਂਸ ਵੀ ਪ੍ਰਭਾਵਿਤ ਰਿਹਾ, ਇਨਵੈਸਟੀਗੇਸ਼ਨ ਵੀ ਕਿਤੇ ਨਾ ਕਿਤੇ ਫੇਵਰਿਜ਼ਮ ਵਾਲੀ ਰਹੀ, ਚਾਚੇ ਭਤੀਜੇ ਤੱਕ ਦੇ ਦੋਸ਼ ਲੱਗਦੇ ਰਹੇ। ਔਰ ਇਸੇ ਕਰਕੇ ਕਾਂਗਰਸ ਨੇ ਆਪਣਾ ਇੱਕ ਮੁੱਖ ਮੰਤਰੀ ਹਟਾਤਾ, ਦੂਸਰਾ ਆਇਆ ਤਾਂ ਦੂਸਰੇ ਤੇ ਵੀ ਉਹੀ ਦੋਸ਼ ਲੱਗ ਗਏ। ਤਾਂ ਕੱਢਣ ਪਾਉਣ ਨੂੰ 7 ਸਾਲਾਂ 'ਚ ਕੁਝ ਨਹੀਂ ਰਿਹਾ। ਲੇਕਿਨ ਮਾਨ ਸਾਹਿਬ ਦੀ ਸਰਕਾਰ ਨੂੰ ਇਹੀ ਸਾਰੀਆਂ ਪੁਰਾਣੀਆਂ ਜਿਹੜੀਆਂ ਰੀਤੀਆਂ, ਜਿਹੜੀਆਂ ਕੁਰੀਤੀਆਂ ਜਿਹਨੂੰ ਕਹਿ ਲਾਂ, ਪਰੰਪਰਾਵਾਂ ਮਾੜੀਆਂ ਇਹ ਬਚਾਉਣ ਦੀਆਂ ਔਰ ਲੋਕਾਂ ਨੂੰ ਇਨਸਾਫ ਨਾ ਦੇਣ ਦੀਆਂ, ਉਹਨੂੰ ਖਤਮ ਕਰ ਰਹੀ ਆ। ਔਰ ਪੁਲਿਸ ਨੂੰ ਵੀ ਇੰਡੀਪੈਂਡੈਂਟਲੀ ਕੰਮ ਕਰ ਰਹੀ ਆ, ਹੁਣ ਬਾਕੀ ਏਜੰਸੀਆਂ ਵੀ ਇੰਡੀਪੈਂਡੈਂਟਲੀ ਕੰਮ ਕਰ ਰਹੀਆਂ। ਇਸੇ ਕਰਕੇ ਰੂਲ ਆਫ ਲਾਅ ਜਿਹੜਾ ਹੁਣ ਲਾਗੂ ਹੋਣ ਦਾ ਦਿਖ ਰਿਹਾ, ਚਾਹੇ ਗੈਂਗਸਟਰ ਦੀ ਗੱਲ ਕਰ ਲਓ, ਚਾਹੇ ਕ੍ਰਾਈਮ ਦੀ ਗੱਲ ਕਰ ਲਓ। ਸੋ ਇਹ ਫਰਕ ਹੈ ਸਾਡਾ ਤੇ ਇਹਨਾਂ ਦੋਨਾਂ ਪਿਛਲੀਆਂ ਸਰਕਾਰਾਂ ਦਾ। ਜੀ ਜੀ, ਕਿਉਂਕਿ ਬਹੁਤ ਗੰਭੀਰ ਇਲਜ਼ਾਮ ਹੈ, ਵਾਰ-ਵਾਰ ਲਗਾਏ ਜਾਂਦੇ ਨੇ, ਇਸ ਕਰਕੇ ਮੈਂ ਇੱਕ ਵਾਰ ਅਰਸ਼ਦੀਪ ਕਲੇਰ ਜੀ ਤੁਸੀਂ ਜਵਾਬ ਦੇ ਦਿਓ। ਨਹੀਂ, ਮੈਂ ਕੰਗ ਸਾਹਿਬ ਨੂੰ ਅਰਸ਼ਦੀਪ ਪੁੱਛਣਾ ਚਾਹੁੰਦਾ ਹਾਂ ਕਿ ਇਹ 3 ਮੈਟਰ ਹੈ। ਦੇਖੋ ਕੰਗ ਸਾਹਿਬ ਫੇਰ ਉਹੀ ਗੱਲਾਂ ਬਾਰ-ਬਾਰ, ਇੱਕ ਬੇਅਦਬੀਆਂ ਨਾਲ ਪਰਟੇਨ ਹੈ, ਉਹਦੇ 'ਚ ਪਿੱਛੇ ਜੇ ਮਾਨ ਸਾਹਿਬ ਨੇ ਫਾਈਨਲ ਰਿਪੋਰਟ ਜਾਰੀ ਕੀਤੀ ਹੈ। ਕੰਗ ਸਾਹਿਬ ਨੂੰ ਪੁੱਛੋ ਕਿ ਮੁੱਖ ਮੰਤਰੀ ਨੇ ਫਾਈਨਲ ਰਿਪੋਰਟ ਆਪਣੇ ਕਰ ਕਮਲਾਂ ਨਾਲ ਜਾਰੀ ਕੀਤੀ, ਕਿ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਾਂ ਵੱਡੇ ਬਾਦਲ ਸਾਹਿਬ ਦਾ ਕਿਸੇ ਦਾ ਨਾਮ ਹੈ? ਨਹੀਂ ਹੈ। ਬਹਿਬਲ ਕਲਾਂ ਗੋਲੀकांड ਦੀ ਇਹ ਗੱਲ ਕਰਦੇ ਨੇ, ਉੱਥੇ ਦੇ ਚਲਾਨ ਪੇਸ਼ ਹੋਏ ਕਿ ਉਹਨਾਂ 'ਚ ਕੋਈ ਬਾਦਲ ਪਰਿਵਾਰ ਦਾ ਜਾਂ ਅਕਾਲੀ ਦਲ ਦਾ ਨਾਮ ਹੈ? ਨਹੀਂ ਹੈ। ਹੁਣ ਜਿਹੜੀ ਇਹ ਗੱਲ ਕਰਦੇ ਕੋਟਕਪੂਰਾ ਦੀ, ਕੋਟਕਪੂਰਾ ਦੇ ਵਿੱਚ ਐਸਟੀਐਮ ਦੀ ਰਿਟਨ ਆਰਡਰਸ ਪਏ ਨੇ ਕਿ ਗੋਲੀ ਚਲਾਉਣ ਦੀ ਪਰਮਿਸ਼ਨ ਮੈਂ ਦਿੱਤੀ ਹੈ। ਸੋ ਇਹ ਉਹ ਚੀਜ਼ਾਂ ਤੋਂ ਅੱਗੇ ਜਾ ਕੇ ਕੰਗ ਸਾਹਿਬ ਫੇਰ ਉਹੀ ਸਿਆਸੀ ਬਿਆਨ, ਕੰਗ ਸਾਹਿਬ ਦੀਆਂ ਉਹੀ ਸਿਆਸੀ ਗੱਲਾਂ। ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਤੁਸੀਂ ਅਗਰ ਇਹ ਜਾਂਚ ਵਾਲੇ ਸੈਂਸਿਟਿਵ ਮੁੱਦੇ ਨੇ, ਇਹਨਾਂ ਨੂੰ ਸਿਰਫ ਆਪਣੀ ਵੋਟਾਂ ਦੀ ਰਾਜਨੀਤੀ ਕਰਕੇ ਨਾ ਵਰਤੋ, ਇਹਨਾਂ ਤੇ ਇਨਸਾਫ ਦੇਣ ਦੀ ਗੱਲ ਕਰੋ। ਸੋ ਮੈਂ ਫੇਰ ਦੁਬਾਰਾ ਬੇਨਤੀ ਹੈ ਕਿ ਇਹ ਜਿਹੜੀ ਸਿਆਸਤ ਹੁਣ ਕੰਗ ਸਾਹਿਬ ਫੇਰ ਦੁਬਾਰਾ ਸ਼ੁਰੂ ਹੋ ਜਾਂਦੇ ਨੇ, ਇਹ ਆਮ ਆਦਮੀ ਪਾਰਟੀ ਹੋਵੇ, ਕੇਜਰੀਵਾਲ ਹੋਵੇ, ਇਹ ਕੁੰਵਰ ਵਿਜੇ ਪ੍ਰਤਾਪ ਦੀ ਉਹ ਖਾਰਜ ਹੋਈ ਰਿਪੋਰਟ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ। ਸੋ ਮੇਰੀ ਬੇਨਤੀ ਹੈ ਕਿ ਜਿਹੜੇ ਬੰਦੇ ਨੇ ਆਈਜੀ ਦੀ ਨੌਕਰੀ ਛੱਡ ਕੇ ਪੋਲੀਟੀਕਲ ਉਸ 'ਚ ਆ ਗਿਆ, ਜੋ ਹਾਈ ਕੋਰਟ ਨੇ ਉਸ ਸਮੇਂ ਕਿਹਾ ਸੀ ਕਿ ਉਹ ਪੋਲੀਟੀਕਲ ਉਹਦੇ ਪੋਲੀਟੀਕਲ ਮੰਤਵ ਹੈ, ਹਾਈ ਕੋਰਟ ਨੂੰ ਤਾਂ ਪਤਾ ਨਹੀਂ ਸੀ ਕਿ ਉਹਨੇ ਇਲੈਕਸ਼ਨ ਲੜਨੀ ਹੈ, ਪਰ ਉਹ ਸਭ ਕੁਝ ਸੱਚ ਸਾਬਤ ਹੋਇਆ। ਔਰ ਅੱਜ ਅਗਰ ਹਾਈ ਕੋਰਟ ਵੱਲੋਂ ਕੀਤੀ ਕੁਆਸ਼ ਰਿਪੋਰਟ ਨੂੰ ਦਿੱਲੀ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਇਹਨਾਂ ਦੇ ਮੰਤਰੀ ਤੇ ਇਹ ਹਾਈ ਕੋਰਟ ਨੂੰ ਚੈਲੰਜ ਕਰਦੇ ਨੇ ਤਾਂ ਬਹੁਤ ਮੰਦਭਾਗੀ ਗੱਲ ਹੈ। ਜੀ ਜੀ, ਸਾਡੇ ਕੋਲ ਸਮਾਂ ਥੋੜਾ ਘੱਟ ਹੈ। ਮੈਂ ਸ਼ੁਕਰੀਆ ਕਰਨਾ ਚਾਹੂੰਗੀ, ਜਾਂਚ ਦੇ ਵਿੱਚ ਹੀ ਚੀਜ਼ਾਂ ਸਾਹਮਣੇ ਆਉਣਗੀਆਂ, ਲੇਕਿਨ ਅਜੇ ਤੱਕ ਸਮਨ ਕਹਿ ਰਹੇ ਨੇ ਅਕਾਲੀ ਦਲ ਦੇ ਵੱਲੋਂ ਕਿ ਸਮਨ ਅਜੇ ਤੱਕ ਸੁਖਬੀਰ ਸਿੰਘ ਬਾਦਲ ਨੂੰ ਰਿਸੀਵ ਨਹੀਂ ਹੋਏ। ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਪੁੱਛਗਿੱਛ ਹੋਣੀ ਹੈ। ਅਰਸ਼ਦੀਪ ਕਲੇਰ ਜੀ ਸ਼ੁਕਰੀਆ, ਬਲਵਿੰਦਰ ਕੰਗ ਜੀ ਤੁਹਾਡਾ ਵੀ ਸ਼ੁਕਰੀਆ। ਤਾਂ ਸੁਖਬੀਰ ਸਿੰਘ ਬਾਦਲ ਅੱਜ ਪੇਸ਼ ਨਹੀਂ ਹੋਣਗੇ, ਸਮਨ ਨਹੀਂ ਮਿਲਿਆ।
ਅਕਾਲੀ ਦਲ ਦਾ ਕਹਿਣਾ ਹੈ ਕਿ ਅਜੇ ਤੱਕ ਸਮਨ ਉਹਨਾਂ ਨੂੰ ਰਿਸੀਵ ਨਹੀਂ ਹੋਇਆ, ਹੋਰ ਸਭ ਨੂੰ ਮਿਲ ਗਿਆ, ਲੇਕਿਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਹੈ ਉਹਨਾਂ ਨੂੰ ਸਮਨ ਨਹੀਂ ਰਿਸੀਵ ਹੋਇਆ, ਉਹਨਾਂ ਨੂੰ ਸਮਨ ਨਹੀਂ ਮਿਲਿਆ। ਸੁਖਬੀਰ ਸਿੰਘ ਬਾਦਲ ਅੱਜ ਜ਼ੀਰਾ ਜਾ ਰਹੇ ਨੇ, ਕਿਸੇ ਹੋਰ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਹੈ, ਲੇਕਿਨ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਸਮਨ ਅਜੇ ਤੱਕ ਨਹੀਂ ਮਿਲਿਆ। ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ। ਪਟਨਾ ਸਾਹਿਬ ਦੇ ਜਥੇਦਾਰ ਨੂੰ ਹਟਾ ਦਿੱਤਾ ਗਿਆ ਹੈ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਪ੍ਰਬੰਧਕੀ ਬੋਰਡ ਨੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਸਾਰੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ ਨੇ। ਬੇਕਸੂਰ ਸਾਬਤ ਹੋਣ ਤੱਕ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਣਗੇ, ਪ੍ਰਬੰਧਕੀ ਬੋਰਡ ਦਾ ਕਹਿਣਾ ਹੈ। ਪ੍ਰਬੰਧਕੀ ਬੋਰਡ ਦੇ ਵੱਲੋਂ ਜਾਂਚ ਦੇ ਲਈ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਜਥੇਦਾਰ ਅਕਾਲ ਤਖਤ ਤੇ ਪੇਸ਼ ਨਹੀਂ ਹੋਏ ਤਾਂ ਉਹਨਾਂ ਨੂੰ ਦੁਬਾਰਾ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਹੁਣ 11 ਸਤੰਬਰ ਨੂੰ ਅਕਾਲ ਤਖਤ ਤੇ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਤਾਂ ਪਟਨਾ ਸਾਹਿਬ ਦੇ ਜਥੇਦਾਰ ਨੂੰ ਹਟਾ ਦਿੱਤਾ ਗਿਆ ਹੈ। ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ। ਪਟਨਾ ਸਾਹਿਬ ਦੇ ਜਥੇਦਾਰ ਨੂੰ ਹਟਾ ਦਿੱਤਾ ਗਿਆ ਹੈ। ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ, ਜਿਸ ਦੇ ਲਈ ਜਾਂਚ ਦੇ ਲਈ 5 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਪ੍ਰਬੰਧਕੀ ਬੋਰਡ ਨੇ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਸਾਰੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ ਨੇ ਤੇ ਕਿਹਾ ਹੈ ਕਿ ਬੇਕਸੂਰ ਸਾਬਤ ਹੋਣ ਤੱਕ ਉਹ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਣਗੇ ਤੇ ਨਾਲ ਹੀ ਉਹਨਾਂ ਨੂੰ ਦੁਬਾਰਾ 11 ਸਤੰਬਰ ਨੂੰ ਅਕਾਲ ਤਖਤ ਤੇ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। मुझे पत्र व्हाट्सएप पर डॉक्टर समरा ने फॉरवर्ड किया, जो ये भी स्पष्ट करता है कि अगर वहाँ नहीं है तो सबसे पहले उनके पास पत्र कैसे आए। बोर्ड का आपने स्पष्टीकरण ले ही लिया है। माननीय सरदार हरबंस सिंह खनूजा जी ने आपको स्पष्ट कर दिया है कि बोर्ड की कोई सहमति इसमें नहीं है और मुझे भी नहीं लगता कि बोर्ड इसके साथ सहमत हो। ये बिना ही बोर्ड के सहमति से इन्होंने अपने आप निर्णय लिया है। पहले मुझे बोल रहे हैं कि आप पर ये इल्ज़ाम लगा है। इल्ज़ाम किसी पर भी कोई लगा सकता है, परमात्मा पर भी लोग इल्ज़ाम लगा देते हैं। इल्ज़ाम लगाना कोई बड़ी बात नहीं, पर वो उन इल्ज़ामों को साबित भी कोई करे। बिना साबिती के आप कहेंगे जी मैं सेवा रोक रहा हूँ, मैं ये कर रहा हूँ, तो कहाँ तक हो सकता है। फिर ये पद कोई एक आम सेवादार का पद तो है नहीं। ਤਾਂ ਜਥੇਦਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ। ਪ੍ਰਬੰਧਕੀ ਬੋਰਡ ਨੇ ਜਥੇਦਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ, ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਬੇਕਸੂਰ ਸਾਬਤ ਹੋਣ ਤੱਕ ਕੋਈ ਵੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ। ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ। ਰਾਜੀਵ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਇਸ ਮਾਮਲੇ ਤੇ? ਦੇਖੋ, ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਇਹੀ ਹੈ ਕਿ ਜਿਹੜੇ ਇਲਜ਼ਾਮ ਜਥੇਦਾਰ ਪਟਨਾ ਸਾਹਿਬ ਦੇ ਉੱਤੇ ਲੱਗੇ ਨੇ, ਉਹਨਾਂ ਇਲਜ਼ਾਮਾਂ ਬਾਰੇ ਪਹਿਲਾਂ ਜਿਹੜੇ ਉੱਥੋਂ ਦੇ 5 ਪਿਆਰੇ ਨੇ, ਉਹਨਾਂ ਦੇ ਵਿੱਚੋਂ 3 ਜਿਹੜੇ ਪਿਆਰੇ ਨੇ, ਉਹਨਾਂ ਵੱਲੋਂ ਇੱਕ ਇਹ ਗੱਲ ਕਹੀ ਗਈ ਸੀ ਕਿ ਉਹ ਇਸ ਬਾਰੇ ਆਪਣਾ ਸਪਸ਼ਟੀਕਰਨ ਤਖਤ ਸਾਹਿਬ ਤੇ ਪੇਸ਼ ਹੋ ਕੇ ਦੇਣ। ਪਰ ਜਥੇਦਾਰ ਦਾ ਇਹ ਤਰਕ ਸੀ ਕਿ ਉਹ ਇੱਕ ਤਖਤ ਦੇ ਜਥੇਦਾਰ ਨੇ, ਤਾਂ ਉਹ 5 ਪਿਆਰਿਆਂ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਪ੍ਰਬੰਧਕੀ ਬੋਰਡ ਹੈ ਉਸਦੇ ਕੋਲ ਪਹੁੰਚਦਾ, ਤਾਂ ਪ੍ਰਬੰਧਕੀ ਬੋਰਡ ਦੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਹਿੱਤ, ਉਹਨਾਂ ਵੱਲੋਂ ਲਿਖਤੀ ਤੌਰ ਤੇ ਇੱਕ ਆਦੇਸ਼ ਜਾਰੀ ਕਰ ਦਿੱਤਾ ਗਿਆ, ਜਿਸ ਦੇ ਵਿੱਚ ਇਹਨਾਂ ਸਾਰੇ ਇਲਜ਼ਾਮਾਂ ਦੇ ਬਾਰੇ ਵੀ ਲਿਖਿਆ ਗਿਆ ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਦੇ ਨਾਲ ਸੰਗਤ ਦੇ ਵਿੱਚ ਵੀ ਕਿਤੇ ਨਾ ਕਿਤੇ ਦੁਬਿਧਾ ਵਾਲੀ ਸਥਿਤੀ ਬਣੀ ਹੋਈ ਹੈ ਔਰ ਇੱਕ ਤਖਤ ਦੇ ਜਥੇਦਾਰ ਦੇ ਉੱਪਰ ਕਿਤੇ ਨਾ ਕਿਤੇ ਜਿਹੜੇ ਸਵਾਲ ਖੜੇ ਹੋ ਰਹੇ ਨੇ, ਉਸ ਵਿਵਾਦ ਨੂੰ ਖਤਮ ਕਰਨ ਦੇ ਲਈ ਜਾਂ ਤਾਂ ਉਹ ਆਪਣਾ ਸਪਸ਼ਟੀਕਰਨ ਦੇਣ, ਨਹੀਂ ਤਾਂ ਉਹਨਾਂ ਦੀਆਂ ਜਿੰਨੀਆਂ ਵੀ ਸੇਵਾਵਾਂ ਨੇ ਇੱਕ ਜਥੇਦਾਰ ਦੇ ਤੌਰ ਤੇ, ਉਹ ਸਾਰੀਆਂ ਵਾਪਸ ਲਈਆਂ ਜਾਂਦੀਆਂ ਨੇ। ਤਾਂ ਇਹ ਉਹਨਾਂ ਵੱਲੋਂ ਆਦੇਸ਼ ਵੀ ਜਾਰੀ ਕਰ ਦਿੱਤਾ ਗਿਆ ਲਿਖਤੀ ਤੌਰ ਤੇ। ਔਰ ਹੁਣ ਵੀ ਜਿਹੜਾ ਜਥੇਦਾਰ ਦਾ ਬਿਆਨ ਸਾਹਮਣੇ ਆਇਆ, ਉਸ ਦੇ ਵਿੱਚ ਉਹ ਹਲੇ ਵੀ ਇਹ ਗੱਲ ਕਹਿ ਰਹੇ ਨੇ ਕਿ ਇੱਕ ਜਥੇਦਾਰ ਨੂੰ ਇਸ ਤਰੀਕੇ ਦੇ ਨਾਲ ਨਹੀਂ ਹਟਾਇਆ ਜਾ ਸਕਦਾ। ਤਾਂ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਫੈਸਲਾ ਵੀ ਹੈ ਔਰ ਇੱਕ ਇਤਿਹਾਸਕ ਫੈਸਲਾ ਵੀ ਹੈ। ਪਰ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਹੁਣ ਜਿਹੜਾ ਆਦੇਸ਼ ਹੈ ਉਸ ਨੂੰ ਪਟਨਾ ਸਾਹਿਬ ਦੇ ਜਥੇਦਾਰ ਮੰਨਦੇ ਨੇ ਜਾਂ ਫਿਰ ਨਹੀਂ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਕਹਿ ਸਕਦੇ ਕਿ ਇਹ ਵਿਵਾਦ ਵੱਡੇ ਪੱਧਰ ਤੇ ਅਕਾਲ ਤਖਤ ਸਾਹਿਬ ਤੇ ਵੀ ਪਹੁੰਚੇਗਾ ਔਰ ਉਸ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਚਰਚਾਵਾਂ ਨੇ ਕਿ ਇੱਕ ਜਥੇਦਾਰ ਦੇ ਉੱਪਰ ਗਬਨ ਦੇ ਔਰ ਘਪਲੇ ਦੇ ਆਰੋਪ ਲੱਗ ਰਹੇ ਨੇ, ਤਾਂ ਉਸ ਤੋਂ ਬਾਅਦ ਇੱਕ ਬੋਰਡ ਵੱਲੋਂ ਜਥੇਦਾਰ ਨੂੰ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਖਤਮ ਕੀਤੀਆਂ ਜਾਣੀਆਂ। ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੀ ਹੈਰਾਨ ਕਰਨ ਵਾਲਾ ਫੈਸਲਾ ਜ਼ਰੂਰ ਹੈ ਜੀ। ਰਾਜੀਵ, ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਥੇਦਾਰ ਅਕਾਲ ਤਖਤ ਤੇ ਪੇਸ਼ ਨਹੀਂ ਹੋਏ ਤੇ ਹੁਣ ਉਹਨਾਂ ਨੂੰ ਦੁਬਾਰਾ ਸਮਨ ਕੀਤਾ ਗਿਆ ਹੈ।
ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਅਕਾਲ ਤਖਤ ਸਾਹਿਬ ਤੇ ਹਾਲੇ ਇਹ ਮਾਮਲਾ ਨਹੀਂ ਪਹੁੰਚਿਆ। ਅਕਾਲ ਤਖਤ ਸਾਹਿਬ ਤੇ ਨਾ ਹੀ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਹੀ ਗਈ ਹੈ। ਇਹ ਜਿਹੜਾ ਤਖਤ ਪਟਨਾ ਸਾਹਿਬ ਦੇ ਪੰਜ ਪਿਆਰੇ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਤਖਤ ਪਟਨਾ ਸਾਹਿਬ ਵਿਖੇ ਇਹ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ, ਜਿਸ ਨੂੰ ਲੈ ਕੇ ਜਥੇਦਾਰ ਨੇ ਇਹ ਗੱਲ ਕਹੀ ਕਿ ਉਹ ਖੁਦ ਉਸ ਤਖਤ ਦੇ ਜਥੇਦਾਰ ਨੇ, ਤਾਂ ਉਹ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦੇ। ਮਰਿਆਦਾ ਦੇ ਉਲਟ ਹੈ। ਹਾਲਾਂਕਿ ਅਕਾਲ ਤਖਤ ਸਾਹਿਬ ਦੀ ਇਸ ਦੇ ਵਿੱਚ ਕੀ ਪੂਰੀ ਭੂਮਿਕਾ ਰਹਿੰਦੀ ਹੈ, ਜਥੇਦਾਰ ਇਸ ਬਾਰੇ ਕਿਉਂਕਿ ਅਕਾਲ ਤਖਤ ਸਾਹਿਬ ਹੀ ਇੱਕ ਸੁਪਰੀਮ ਪਾਵਰ ਹੈ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ, ਤਾਂ ਇੱਕ ਬੋਰਡ ਦਾ ਇਹ ਫੈਸਲਾ, ਇਸ ਬੋਰਡ ਦੇ ਫੈਸਲੇ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿੱਦਾਂ ਦੇਖਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਪਰ ਫਿਲਹਾਲ ਲਿਖਤੀ ਆਦੇਸ਼ ਜਿਹੜਾ ਇਸ ਵੇਲੇ ਅਸੀਂ ਦਰਸ਼ਕਾਂ ਨੂੰ ਵੀ ਦਿਖਾ ਰਹੇ, ਉਸ ਮੁਤਾਬਕ ਉਹਨਾਂ ਦੀਆਂ ਜਿੰਨੀਆਂ ਵੀ ਸੇਵਾਵਾਂ ਇੱਕ ਜਥੇਦਾਰ ਦੇ ਤੌਰ ਤੇ ਨੇ ਉਹਨਾਂ ਨੂੰ ਵਾਪਸ ਲੈ ਲਿਆ ਗਿਆ। ਜੀ ਸ਼ੁਕਰੀਆ ਰਾਜੀਵ ਪੂਰੀ ਜਾਣਕਾਰੀ ਦੇ ਲਈ। ਤਾਂ ਪ੍ਰਬੰਧਕੀ ਬੋਰਡ ਨੇ ਜਥੇਦਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ, ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਤਹਿਤ ਜ਼ਿੰਮੇਵਾਰੀ ਤੋਂ ਹਟਾ ਦਿੱਤਾ ਗਿਆ ਹੈ। ਸਾਰੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ ਗਈਆਂ ਨੇ ਤੇ ਨਾਲ ਇਹ ਵੀ ਕਿਹਾ ਹੈ ਕਿ ਜਦ ਤੱਕ ਬੇਕਸੂਰ ਸਾਬਤ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ।